9 ਜੁਲਾਈ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 9 ਜੁਲਾਈ ਦੇ ਇਤਿਹਾਸ ਬਾਰੇ। 9 ਜੁਲਾਈ 1875 ਨੂੰ ਬੰਬਈ ਸਟਾਕ ਐਕਸਚੇਂਜ ਦੀ ਸਥਾਪਨਾ ਹੋਈ ਸੀ। ਬੰਬਈ ਸਟਾਕ ਐਕਸਚੇਂਜ ਮਹਾਰਾਸ਼ਟਰ ਰਾਜ ਦੀ ਰਾਜਧਾਨੀ ਮੁੰਬਈ 'ਚ ਸਥਿਤ ਹੈ, ਜੋ ਭਾਰਤ ਅਤੇ ਏਸ਼ੀਆ ਵਿੱਚ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਹੈ। ਇਸ ਐਕਸਚੇਂਜ ਦੀ ਪਹੁੰਚ 417 ਸ਼ਹਿਰਾਂ ਤੱਕ ਹੈ। ਬੰਬਈ ਸਟਾਕ ਐਕਸਚੇਂਜ ਭਾਰਤੀ ਸਟਾਕ ਮਾਰਕੀਟ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜਾਂ ਵਿੱਚੋਂ ਇੱਕ ਹੈ। ਦੂਜਾ ਐਕਸਚੇਂਜ ਨੈਸ਼ਨਲ ਸਟਾਕ ਐਕਸਚੇਂਜ ਹੈ। BSE ਨੂੰ ਭਾਰਤ ਨੂੰ ਅੰਤਰਰਾਸ਼ਟਰੀ ਵਿੱਤੀ ਬਾਜ਼ਾਰ ਵਿੱਚ ਆਪਣੀ ਸਭ ਤੋਂ ਵਧੀਆ ਸਥਿਤੀ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਸਟਾਕ ਨੂੰ ਬੰਬਈ ਸਟਾਕ ਐਕਸਚੇਂਜ ਸਿਕਿਉਰਿਟੀਜ਼ ਕੰਟਰੈਕਟ ਰੈਗੂਲੇਸ਼ਨ ਐਕਟ 1956 ਦੇ ਤਹਿਤ ਸਥਾਈ ਮਾਨਤਾ ਪ੍ਰਾਪਤ ਹੋਈ ਹੈ। ਅੱਜ ਬੰਬਈ ਸਟਾਕ ਐਕਸਚੇਂਜ ਮਾਰਕੀਟ ਪੂੰਜੀਕਰਨ ਦੇ ਮਾਮਲੇ ਵਿੱਚ ਦੁਨੀਆ ਦਾ 9ਵਾਂ ਸਭ ਤੋਂ ਵੱਡਾ ਸਟਾਕ ਐਕਸਚੇਂਜ ਹੈ ਅਤੇ ਇਸ ਵਿੱਚ ਲਗਭਗ 5,000 ਕੰਪਨੀਆਂ ਰਜਿਸਟਰਡ ਹਨ। 9 ਜੁਲਾਈ 1951 ਨੂੰ ਭਾਰਤ 'ਚ ਪਹਿਲੀ 5 ਸਾਲਾ ਯੋਜਨਾ ਲਾਗੂ ਕੀਤੀ ਗਈ ਸੀ। ਦੇਸ਼ ਦੇ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਹਰ 5 ਸਾਲ ਬਾਅਦ 5 ਸਾਲਾ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ। ਇਸ 5 ਸਾਲਾ ਯੋਜਨਾ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਅਤੇ ਗੁਲਜ਼ਾਰ ਲਾਲ ਨੰਦਾ ਉਪ ਪ੍ਰਧਾਨ ਸਨ। ਪਹਿਲੀ 5 ਸਾਲਾ ਯੋਜਨਾ ਦਾ ਮਨੋਰਥ ਖੇਤੀਬਾੜੀ ਦਾ ਵਿਕਾਸ ਸੀ ਅਤੇ ਇਸ ਦਾ ਮਕਸਦ ਰਾਸ਼ਟਰ ਦੀ ਵੰਡ, ਦੂਜੇ ਵਿਸ਼ਵ ਯੁੱਧ ਕਾਰਨ ਪੈਦਾ ਹੋਈਆਂ ਵੱਖ-ਵੱਖ ਸਮੱਸਿਆਵਾਂ ਨੂੰ ਹੱਲ ਕਰਨਾ ਸੀ। ਇਸ ਯੋਜਨਾ ਦਾ ਦ੍ਰਿਸ਼ਟੀਕੋਣ ਆਜ਼ਾਦੀ ਤੋਂ ਬਾਅਦ ਦੇਸ਼ ਦਾ ਮੁੜ ਨਿਰਮਾਣ ਕਰਨਾ ਸੀ। ਇੱਕ ਹੋਰ ਮੁੱਖ ਟੀਚਾ ਦੇਸ਼ ਵਿੱਚ ਉਦਯੋਗ, ਖੇਤੀਬਾੜੀ ਦੇ ਵਿਕਾਸ ਤੇ ਨੀਂਹ ਰੱਖਣ ਅਤੇ ਲੋਕਾਂ ਨੂੰ ਸਸਤੀਆਂ ਸਿਹਤ ਸੇਵਾਵਾਂ ਅਤੇ ਘੱਟ ਕੀਮਤ ਤੇ ਸਿੱਖਿਆ ਪ੍ਰਦਾਨ ਕਰਨਾ ਸੀ। ਇਸ ਯੋਜਨਾ ਦੇ ਤਹਿਤ GDP ਦਾ ਵਾਧਾ 2.1% ਰੱਖਿਆ ਗਿਆ ਸੀ, ਪਰ ਦੇਸ਼ ਨੇ ਉਸ ਸਾਲ 3.6% GDP ਦਾ ਵਾਧਾ ਦਰਜ ਕੀਤਾ ਸੀ। ਦੱਸ ਦਈਏ ਕਿ 15 ਮਾਰਚ 1950 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਦੇਸ਼ 'ਚ ਯੋਜਨਾ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਇਸ ਕਮਿਸ਼ਨ ਵੱਲੋਂ ਹੀ 5 ਸਾਲਾ ਯੋਜਨਾਵਾਂ ਬਣਾਈਆਂ ਗਈਆਂ ਸਨ। ਇਸ ਕਮਿਸ਼ਨ ਦਾ ਕੰਮ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਯੋਜਨਾਵਾਂ ਉਲੀਕਣਾ ਸੀ। 9 ਜੁਲਾਈ 1893 ਨੂੰ ਦੁਨੀਆ ਦੇ ਪਹਿਲੀ ਓਪਨ ਹਾਰਟ ਸਰਜਰੀ ਕੀਤੀ ਗਈ ਸੀ। ਦਿਲ ਦੀ ਇਹ ਸਰਜਰੀ ਸ਼ਿਕਾਗੋ ਦੇ ਦੱਖਣੀ ਹਿੱਸੇ ਵਿੱਚ ਹੋਈ ਸੀ। ਮਰੀਜ਼ ਜੇਮਸ ਕਾਰਨਿਸ਼ ਸੀ, ਜਦਕਿ ਡਾਕਟਰ ਡੈਨੀਅਲ ਹੈਲਸ ਵਿਲੀਅਮਸ ਸੀ। ਦੱਸਿਆ ਜਾਂਦਾ ਹੈ ਕਿ ਮਰੀਜ਼ ਜੇਮਸ ਕਾਰਨਿਸ਼ ਦੀ ਇੱਕ ਬਾਰ ਵਿੱਚ ਕਿਸੇ ਨਾਲ ਲੜਾਈ ਹੋਈ ਸੀ ਅਤੇ ਇਸ ਲੜਾਈ ਵਿੱਚ ਉਸ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਚਾਕੂ ਉਸ ਦੀ ਛਾਤੀ ਤੇ ਲੱਗਾ ਸੀ ਅਤੇ ਉਸ ਦਾ ਦਿਲ ਖਰਾਬ ਹੋ ਗਿਆ ਸੀ, ਜਿਸ ਤੋਂ ਬਾਅਦ ਕੁਝ ਲੋਕ ਕਾਰਨਿਸ਼ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਡੈਨ ਵਿਲੀਅਮਸ ਕੰਮ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਸ ਸਮੇਂ ਦਿਲ ਦਾ ਆਪਰੇਸ਼ਨ ਸੰਭਵ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ ਉਸ ਸਮੇਂ ਡਾਕਟਰੀ ਜਗਤ ਇੰਨਾ ਵਿਕਸਿਤ ਨਹੀਂ ਸੀ। ਪਰ ਫਿਰ ਡਾਕਟਰ ਨੇ ਕਾਰਨਿਸ਼ ਦਾ ਇਲਾਜ ਕੀਤਾ। ਪਸਲੀਆਂ ਦੇ ਨੇੜੇ ਚੀਰਾ ਬਣਾ ਕੇ ਦਿਲ ਤੱਕ ਪਹੁੰਚਣ ਲਈ ਰਸਤਾ ਬਣਾਇਆ ਗਿਆ ਅਤੇ ਆਪਰੇਸ਼ਨ ਕੀਤਾ ਗਿਆ। ਇਹ ਆਪਰੇਸ਼ਨ ਸਫਲ ਰਿਹਾ ਅਤੇ ਜੇਮਸ ਕਾਰਨਿਸ਼ ਅਗਲੇ 20 ਸਾਲਾਂ ਤੱਕ ਜਿਉਂਦੇ ਰਹੇ। ਕਾਰਨਿਸ਼ ਨੂੰ ਆਪਰੇਸ਼ਨ ਤੋਂ 1 ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। 9 ਜੁਲਾਈ 2011 ਨੂੰ ਜਨਮ ਸੰਗ੍ਰਹਿ ਤੋਂ ਬਾਅਦ ਸੁਡਾਨ ਤੋਂ ਵੱਖ ਹੋ ਕੇ ਦੱਖਣੀ ਸੁਡਾਨ ਇੱਕ ਨਵੇਂ ਦੇਸ਼ ਵਜੋਂ ਹੋਂਦ ਵਿੱਚ ਆਇਆ ਸੀ। ਸੁਡਾਨ, ਜੋ ਪਹਿਲਾਂ ਇੱਕ ਦੇਸ਼ ਸੀ, 2011 ਵਿੱਚ ਦੋ ਵੱਖ-ਵੱਖ ਦੇਸ਼ਾਂ ਉੱਤਰੀ ਸੁਡਾਨ ਅਤੇ ਦੱਖਣੀ ਸੁਡਾਨ ਵਿੱਚ ਵੰਡਿਆ ਗਿਆ ਸੀ। ਇਹ ਵੰਡ ਸ਼ਾਂਤੀ ਸਮਝੌਤੇ ਦੇ ਤਹਿਤ ਨਤੀਜੇ ਵਜੋਂ ਹੋਇਆ ਸੀ। 2005 ਵਿੱਚ ਸੁਡਾਨ ਦੇ ਉੱਤਰੀ ਅਤੇ ਦੱਖਣੀ ਖੇਤਰਾਂ ਵਿੱਚ ਇੱਕ ਸ਼ਾਂਤੀ ਸਮਝੌਤਾ ਕੀਤਾ ਗਿਆ ਸੀ, ਜਿਸ ਨੂੰ ਵਿਆਪਕ ਸ਼ਾਂਤੀ ਸਮਝੌਤਾ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉੱਤਰੀ ਸੁਡਾਨ ਦੀ ਮੁਸਲਿਮ ਬਹੁਗਿਣਤੀ ਆਬਾਦੀ ਅਤੇ ਦੱਖਣ ਦੀ ਈਸਾਈ ਬਹੁਗਿਣਤੀ ਆਬਾਦੀ ਵਿਚਕਾਰ ਕਈ ਦਹਾਕਿਆਂ ਤੋਂ ਸੰਘਰਸ਼ ਚੱਲ ਰਿਹਾ ਸੀ, ਜਿਸ ਵਿੱਚ 20 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ 'ਚ ਇਹ ਮੁੱਦਾ ਉਠਾਇਆ ਗਿਆ ਸੀ, ਜਿੱਥੇ ਹਿੰਸਾ ਨੂੰ ਖਤਮ ਕਰਨ ਲਈ ਸ਼ਾਂਤੀ ਪ੍ਰਸਤਾਵ ਰੱਖਿਆ ਗਿਆ ਸੀ, ਜਿਸ 'ਚ 2 ਦੇਸ਼ਾਂ ਦਾ ਜ਼ਿਕਰ ਕੀਤਾ ਗਿਆ ਸੀ। ਸ਼ਾਂਤੀ ਸੰਧੀ ਵਿੱਚ ਕਿਹਾ ਗਿਆ ਸੀ ਕਿ ਦੱਖਣੀ ਸੁਡਾਨ ਨੂੰ ਨਵਾਂ ਦੇਸ਼ ਬਣਾਇਆ ਜਾਵੇਗਾ। ਸੁਡਾਨ ਸਰਕਾਰ ਵਿਚਾਲੇ ਇਸ ਸਮਝੌਤੇ ਤੇ ਜਨਮਤ ਸੰਗ੍ਰਹਿ ਕਰਵਾਉਣ ਤੇ ਸਹਿਮਤੀ ਬਣੀ ਸੀ ਅਤੇ ਜਨਵਰੀ 2011 'ਚ ਦੱਖਣੀ ਸੁਡਾਨ 'ਚ ਜਨਮਤ ਸੰਗ੍ਰਹਿ ਕਰਵਾਈ ਗਈ ਸੀ। ਉੱਥੋਂ ਦੇ ਲੋਕਾਂ ਨੇ ਵੱਖਰਾ ਦੇਸ਼ ਬਣਾਉਣ ਦੇ ਹੱਕ ਵਿੱਚ ਬਹੁਮਤ ਨਾਲ ਵੋਟਾਂ ਪਾਈਆਂ। ਦੇਸ਼ ਦਾ ਦੱਖਣੀ ਹਿੱਸਾ ਈਸਾਈ ਬਹੁਗਿਣਤੀ ਆਬਾਦੀ ਵਾਲਾ ਅਧਿਕਾਰਤ ਤੌਰ ਤੇ ਦੁਨੀਆ ਦਾ 193ਵਾਂ ਰਾਸ਼ਟਰ ਬਣ ਗਿਆ, ਜਿਸ ਦੀ ਰਾਜਧਾਨੀ ਜੂਬਾ ਸ਼ਹਿਰ 'ਚ। 9 ਜੁਲਾਈ 1816 ਨੂੰ ਅਰਜਨਟੀਨਾ ਆਜ਼ਾਦ ਹੋਇਆ ਸੀ। ਆਜ਼ਾਦ ਹੋਣ ਤੋਂ ਪਹਿਲਾਂ ਇਹ ਦੇਸ਼ ਸਪੇਨ ਦੇ ਅਧੀਨ ਸੀ। ਸਾਲ 1810 ਵਿੱਚ ਉੱਥੋਂ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ। ਨਤੀਜੇ ਵਜੋਂ ਅਰਜਨਟੀਨਾ ਨੂੰ 1816 ਵਿੱਚ ਆਜ਼ਾਦੀ ਮਿਲੀ। ਕਿਹਾ ਜਾਂਦਾ ਹੈ ਕਿ 1776 ਵਿੱਚ ਸਪੇਨ ਦੀ ਸਰਕਾਰ ਨੇ ਅਰਜਨਟੀਨਾ ਤੇ ਕਬਜ਼ਾ ਕਰ ਲਿਆ ਸੀ। ਇਸ ਦੇ ਫੜੇ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਇੱਥੇ ਸੋਨਾ ਅਤੇ ਚਾਂਦੀ ਭਰਪੂਰ ਮਾਤਰਾ ਵਿੱਚ ਮਿਲੇ ਸਨ। ਇਸ ਤੇ ਕਬਜ਼ਾ ਕਰਨ ਲਈ ਸਪੇਨ ਦੀ ਸਰਕਾਰ ਨੇ ਅਰਜਨਟੀਨਾ ਤੇ ਹਮਲਾ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਅਰਜਨਟੀਨਾ ਦੱਖਣੀ ਅਮਰੀਕਾ 'ਚ ਸਥਿਤ ਇੱਕ ਦੇਸ਼ ਹੈ। ਅਰਜਨਟੀਨਾ ਬ੍ਰਾਜ਼ੀਲ ਤੋਂ ਬਾਅਦ ਖੇਤਰਫਲ ਅਤੇ ਆਬਾਦੀ ਦੇ ਲਿਹਾਜ਼ ਨਾਲ ਦੱਖਣੀ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਅਰਜਨਟੀਨਾ ਦਾ ਨਾਂ ਅਰਜਨਟਨਮ ਤੋਂ ਆਉਂਦਾ ਹੈ, ਜਿਸ ਦਾ ਅਰਥ ਹੈ ਛਾਤੀ। ਇਹ ਦੇਸ਼ ਦੁਨੀਆ ਦਾ 8ਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸ ਦਾ ਖੇਤਰਫਲ ਲਗਭਗ 2.8 ਮਿਲੀਅਨ ਵਰਗ ਕਿਲੋਮੀਟਰ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬਿਊਨਸ ਆਇਰਸ ਹੈ। ਇੱਥੋਂ ਦੇ ਲੋਕਾਂ ਦੀ ਮੁੱਖ ਭਾਸ਼ਾ ਸਪੈਨਿਸ਼ ਹੈ ਅਤੇ ਇਸ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਯੂਰੋਪੀਅਨ, ਲਾਤੀਨੀ ਅਮਰੀਕੀ ਅਤੇ ਅਫਰੀਕੀ ਮੂਲ ਦੇ ਲੋਕ ਸ਼ਾਮਿਲ ਹਨ।